ਗੁਰ ਬਿਨਾ ਘੋਰ ਅੰਧਾਰ। ਸਤਨਾਮ ਵਾਹਿਗੁਰੂ ਸਾਹਿਬ ਜੀ। ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਗਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਹਲਤ ਪਲਤ ਸਵਾਰ ਦੇਨਹਾਰ, ਗਰੀਬ ਨਿਵਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਤਸੰਗੀ ਜਨੋ, ਦਾਤੇ ਦੀ ਅਪਾਰ ਕਿਰਪਾ ਬਖਸ਼ਿਸ਼ ਤੇ ਸਦਕਾ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਸੋਹਣੇ ਸੁਨੇਹੇ ਦੇ ਨਾਲ, ਅੰਮ੍ਰਿਤਮਈ ਬਾਣੀ ਦੇ ਨਾਲ ਜੁੜ ਮਿਲ ਬੈਠਣ ਦਾ ਸੋਹਣਾ ਅਵਸਰ ਸੁਭਾਗ ਸਮਾਂ ਪ੍ਰਾਪਤ ਹੋਇਆ ਏ। ਆਓ ਜਿੰਨਾ ਕੁ ਟਾਈਮ ਆਪਣੇ ਕੋਲ ਹੈ, ਪਾਵਨ ਗੁਰਬਾਣੀ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਉਣ ਦਾ ਯਤਨ ਕਰੀਏ। ਆਨੰਦ ਬਾਣੀ ਦੀ ਜੋ ਅਖੀਰਲੇ ਨੰਬਰ ਵਾਲੀ 40 ਨੰਬਰ ਪੌੜੀ ਦੀ ਵਿਚਾਰ ਆਪਾਂ ਨੇ ਅੱਜ ਵਿਚਾਰਨੀ ਹੈ। ਗੁਰੂ ਅਮਰਦਾਸ ਸਾਹਿਬ ਜੀ ਇਸ ਅਖੀਰਲੀ ਪੌੜੀ ਦੇ ਅੰਦਰ ਜੋ ਸਾਨੂੰ ਉਪਦੇਸ਼ ਦਿੰਦੇ ਨੇ, ਆਓ ਆਪਾਂ ਰਲ ਮਿਲ ਕੇ ਵਿਚਾਰਨ ਦਾ ਯਤਨ ਕਰੀਏ। ਸਤਿਗੁਰੂ ਰਹਿਮਤ ਕਰਨ ਅਗਲੇਰੀਆਂ ਹੋਰ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਗੁਰਦਰਬਾਰ ਦੀ ਮਰਿਆਦਾ ਨੂੰ ਨਿਭਾ ਲਈਏ, ਲਵਾਈਏ ਹਾਜ਼ਰੀ, ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਇੱਕੇ ਵਾਰ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਅੱਜ ਦੀ ਪਾਵਨ ਪੌੜੀ ਜਿਹਦੀ ਵਿਚਾਰ ਆਪਾਂ ਨੇ ਕਰਨੀ ਹੈ, ਇਹ ਹਮੇਸ਼ਾ ਆਮ ਤੌਰ 'ਤੇ ਅਸੀਂ ਇਸ ਪੌੜੀ ਨੂੰ ਪੜ੍ਹਦੇ ਹਾਂ, ਸੁਣਦੇ ਵੀ ਰਹਿੰਦੇ ਹਾਂ। ਆਮ ਦੀਵਾਨਾਂ ਦੀ ਸਮਾਪਤੀ 'ਤੇ ਇਸ ਪੌੜੀ ਦਾ ਪਾਠ ਹੁੰਦਾ ਹੈ। ਪਹਿਲੀਆਂ 5 ਪੌੜੀਆਂ ਤੇ ਅਖੀਰਲੀ ਇਹ 40 ਨੰਬਰ ਪੌੜੀ ਹੈ, ਜਿਹਨੂੰ
6 ਪੌੜੀਆਂ ਰਲਾ ਕੇ ਬਣਾ ਦਿੱਤਾ ਜਾਂਦਾ ਹੈ ਕਿ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ। ਜਿਹੜੀ 6ਵੀਂ ਹੈ ਅਸਲ ਦੇ ਵਿੱਚ ਉਹ 40 ਨੰਬਰ ਪੌੜੀ ਹੈ, ਜਿਹਦਾ ਪਾਠ ਆਪਾਂ ਪੜ੍ਹਦੇ ਵੀ ਹਾਂ, ਮੂੰਹ ਜ਼ਬਾਨੀ ਵੀ ਯਾਦ ਹੈ ਸਾਡੇ, ਸ਼ਰਵਣ ਵੀ ਕਰਦੇ ਹਾਂ। ਤੇ ਇਹ 6 ਪੌੜੀਆਂ ਸਿਰਫ ਜੇ ਕੜਾਹ ਪ੍ਰਸ਼ਾਦ ਹੈ ਉਹਦੇ ਲਈ ਹਨ, ਇਹ ਵੀ ਸਾਡਾ ਵੱਡਾ ਭੁਲੇਖਾ ਹੈ ਕਿ ਜੇ ਕਿਤੇ ਕੜਾਹ ਪ੍ਰਸ਼ਾਦ ਹੈ ਤਾਂ ਇਹ ਲਾਜ਼ਮੀ ਪੜ੍ਹਨੀਆਂ ਜ਼ਰੂਰੀ ਨੇ। ਤੇ ਨਾ ਹੀ ਇਹ ਇੱਦਾਂ ਹੈ ਕਿ ਜੇ ਦੀਵਾਨ ਦੀ ਕਥਾ ਦੀ ਸਮਾਪਤੀ ਹੋਈ ਹੈ ਤਾਂ ਇਹ ਪੜ੍ਹ ਦਿੱਤੀਆਂ ਗਈਆਂ ਤੇ ਇਹਦਾ ਮਤਲਬ ਹੈ ਹੁਣ ਅਰਦਾਸ ਹੋਣੀ ਹੈ, ਕਿਉਂਕਿ ਬੰਦਾ ਸੁਣਦਾ ਸੁਣਦਾ ਉਦਾਸ ਹੋਇਆ ਤਾਂ ਅੱਕਿਆ ਜਿਵੇਂ ਵੀ ਬੈਠਾ, ਜਦੋਂ ਆਨੰਦ ਸਾਹਿਬ ਪੜ੍ਹਨਾ ਸ਼ੁਰੂ ਹੋ ਗਿਆ ਮਤਲਬ ਹੈ ਕਿ ਹੁਣ ਅਰਦਾਸ ਹੋਣੀ ਹੈ, ਪਤਾ ਲੱਗ ਗਿਆ। ਅਸਲ ਦੇ ਵਿੱਚ ਇੱਦਾਂ ਨਹੀਂ, ਮਕਸਦ ਇਹ ਹੈ ਕਿ ਜਿਹੜੀ ਬਾਣੀ ਪੜ੍ਹੀ ਗਈ, ਜਿੰਨੀਆਂ ਵਿਚਾਰਾਂ ਹੋਈਆਂ, ਘੰਟਾ 2 ਘੰਟੇ ਅੱਧਾ ਘੰਟਾ ਜਿੰਨਾ ਵੀ ਟਾਈਮ ਕੀਰਤਨ ਹੋਇਆ, ਕਥਾ ਹੋਈ, ਉਹਨੂੰ ਸੁਣਦਿਆਂ ਹੋਇਆਂ, ਉਹਨੂੰ ਸ਼ਰਵਣ ਕਰਦਿਆਂ, ਉਸ ਸਤਿਗੁਰ ਦੀ ਬਾਣੀ ਦੇ ਉਪਦੇਸ਼ਾਂ ਨੂੰ ਸਮਝਦਿਆਂ ਹੋਇਆਂ ਸਾਡੇ ਅੰਦਰ ਕੀ ਆਨੰਦ ਪੈਦਾ ਹੋਇਆ ਏ। ਤੇ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਉਹ ਜਿੰਨਾ ਟਾਈਮ ਬਾਣੀ ਪੜ੍ਹੀ ਗਈ, ਵਿਚਾਰੀ ਗਈ ਹੈ, ਉਹਨੂੰ ਸੁਣ ਕੇ, ਉਹਨੂੰ ਪੜ੍ਹ ਕੇ, ਉਹਨੂੰ ਵਿਚਾਰ ਕੇ ਸਾਡੇ ਵਿੱਚ ਆਨੰਦ ਪੈਦਾ ਹੋ ਜਾਵੇ। ਤੇ ਅੱਜ ਦੇ ਪਾਵਨ ਉਪਦੇਸ਼ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਜੋ ਗੱਲ ਦੱਸਦੇ ਨੇ, ਕਹਿੰਦੇ ਆਨੰਦ ਸੁਣੋ ਵਡਭਾਗੀਓ। ਹੇ ਵੱਡੇ ਭਾਗਾਂ ਵਾਲਿਓ, ਗੁਰਸਿੱਖ ਜਨੋ, ਇਸ ਆਨੰਦ ਦੀ ਅਵਸਥਾ ਨੂੰ ਆਓ ਸਮਝੀਏ। ਸੁਣੋ ਕਿਵੇਂ ਦੀ ਹੈ। ਤੇ ਆਪਾਂ ਆਨੰਦ ਬਾਣੀ ਦਾ ਜਦੋਂ ਕਨਸੈਪਟ ਸ਼ੁਰੂ ਕੀਤਾ ਹੈ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰੂ ਦੇ ਨਾਲ ਮਿਲ ਕੇ ਆਨੰਦ ਮਿਲਦਾ ਹੈ, ਸਤਿਗੁਰੂ ਦੇ ਨਾਲ ਮਿਲ ਕੇ ਆਨੰਦ ਪੈਦਾ ਹੁੰਦਾ ਏ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਅਖੀਰਲੀ ਪੌੜੀ ਦੇ ਅੰਦਰ ਉਸ ਆਨੰਦ ਦੀ ਵਿਆਖਿਆ ਕਰਦੇ ਨੇ। ਕਹਿੰਦੇ ਵੇਖੋ, ਜਦੋਂ ਆਨੰਦ ਪੈਦਾ ਹੋ ਗਿਆ, ਭਾਵ ਸਤਿਗੁਰੂ ਦਾ ਉਪਦੇਸ਼ ਜਦੋਂ ਚਿੱਤ ਵਿੱਚ ਵਸ ਗਿਆ, ਜਦੋਂ ਤੁਸੀਂ ਆਨੰਦ ਨੂੰ ਸਮਝਣ ਦਾ ਯਤਨ ਕੀਤਾ, ਹੇ ਵੱਡੇ ਭਾਗਾਂ ਵਾਲੋ ਆਨੰਦ ਸੁਣੋ ਵਡਭਾਗੀਓ। ਇੱਕ ਹੋਰ ਬੇਨਤੀ ਕਰ ਦੇਵਾਂ, ਜਦੋਂ ਆਪਾਂ ਅਖੀਰਲੀ ਪੌੜੀ ਪੜ੍ਹਨ ਦਾ ਯਤਨ ਕਰਦੇ ਹਾਂ, ਵਿਚਾਰਦੇ ਹਾਂ ਜਦੋਂ, ਤਾਂ ਬਹੁਤਾ ਸਾਡਾ ਝਮੇਲਾ ਇਹ ਪੈਂਦਾ ਕਿ ਜਦੋਂ ਇਸ ਨੂੰ ਪੜ੍ਹਿਆ ਜਾਂਦਾ ਆਨੰਦ ਸੁਣੋ ਵਡਭਾਗੀਓ, ਤਾਂ ਇਹ ਆਨੰਦ ਨਹੀਂ, ਕਿਉਂਕਿ ਨੰਨੇ ਦੇ ਉੱਤੇ ਟਿੱਪੀ ਨਹੀਂ ਲੱਗੀ ਹੋਈ ਤੇ ਇਹਨੂੰ ਆਨੰਦ ਬੜੇ ਪੜ੍ਹਦੇ ਨੇ। ਇਹਨੂੰ ਆਨੰਦ ਨਹੀਂ, ਅਸਲ ਦੇ ਵਿੱਚ ਆਨੰਦ ਹੈ, ਇਹਨੂੰ ਆਨੰਦ ਹੀ ਬੋਲਣਾ ਹੈ। ਆਨੰਦ ਸੁਣੋ ਵਡਭਾਗੀਓ, ਸੁਣੋ ਸਮਝੋ। ਜਿੱਥੇ ਸਗਲ ਮਨੋਰਥ ਪੂਰੇ, ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ, ਇਹੋ ਜਿਹਾ ਆਨੰਦ, ਇਹੋ ਜਿਹੀ ਆਨੰਦ ਦੀ ਅਵਸਥਾ ਹੈ। ਭਾਵ ਸਤਿਗੁਰੂ ਨੂੰ ਮਿਲਿਆ ਜਿੱਥੇ ਤ੍ਰਿਪਤੀ ਹੋ ਜਾਂਦੀ ਹੈ, ਪਿਆਸ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਆਨੰਦ ਮਿਲਣਾ ਮਤਲਬ ਸਤਿਗੁਰੂ ਨੂੰ ਮਿਲਣਾ। ਤੇ ਇਸ ਅਵਸਥਾ ਦੇ ਵਿੱਚ ਸਗਲ ਮਨੋਰਥ ਪੂਰੇ, ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ। ਕਿਹੜੇ ਮਨੋਰਥ? ਹੁਣ ਆਪਾਂ ਕਹੀਏ ਕਿ ਦੁਨੀਆ ਵਿੱਚ ਰਹਿੰਦੇ ਹਾਂ, ਹਰ ਸਾਲ ਗਰਮੀ ਸਰਦੀ ਆਉਂਦੀ ਹੈ,
ਸਿਆਲ ਆ ਗਈ, ਠੰਡ ਆ ਗਈ, ਹਰ ਵਾਰ ਅਸੀਂ ਗਰਮ ਕੱਪੜੇ ਖਰੀਦਦੇ ਹਾਂ, ਹਰ ਵਾਰ ਗਰਮੀ ਆ ਗਈ ਹਲਕੇ ਪਤਲੇ ਕੱਪੜੇ ਵੀ ਖਰੀਦਦੇ ਹਾਂ, ਜਾਂ ਹਰ ਰੋਜ਼ ਕਦੇ ਨਾ ਕਦੇ ਕੁਛ ਚੰਗਾ ਖਾਣ ਨੂੰ ਚਿੱਤ ਕਰਦਾ ਹੈ। ਬੰਦਾ ਮਨ ਮਰਜ਼ੀ ਨਾਲ ਖਾਂਦਾ ਹੈ, ਜ਼ਰੂਰ ਪਹਿਨਦਾ ਹੈ, ਸਮੇਂ ਦੇ ਹਿਸਾਬ ਦੇ ਨਾਲ ਚੀਜ਼ ਵੀ ਆਪਣੇ ਲਈ ਖਰੀਦਦਾ ਹੈ। ਹੁਣ ਇਹ ਮਨੋਰਥ ਨੇ ਜਿਹੜੇ, ਇਹ ਤਾਂ ਚੱਲਦੇ ਹੀ ਰਹਿਣੇ ਨੇ, ਸਾਰੀ ਜ਼ਿੰਦਗੀ ਭਰ ਚੱਲਣੇ ਨੇ। ਜਿੰਨਾ ਟਾਈਮ ਰਹਿਣਾ ਹੈ ਬੰਦੇ ਨੇ ਕੁਝ ਖਰੀਦਣਾ ਹੈ, ਕੁਝ ਗਵਾਉਣਾ ਹੈ, ਕੁਝ ਨਵਾਂ ਲੈਣਾ ਹੈ। ਸਗਲ ਮਨੋਰਥ ਪੂਰੇ, ਕਿਹੜੇ ਮਨੋਰਥ ਪੂਰੇ ਹੋ ਗਏ? ਤਾਂ ਜਦੋਂ ਆਪਾਂ ਗੁਰਬਾਣੀ ਨੂੰ ਵਿਚਾਰਾਂਗੇ, ਜਦੋਂ ਆਨੰਦ ਬਾਣੀ ਨੂੰ ਲੜੀ ਵਿੱਚ ਆਪਾਂ ਸਮਝ ਰਹੇ ਹਾਂ, ਤਾਂ ਇਸ ਲੜੀ ਦੇ ਵਿੱਚੋਂ ਸਾਨੂੰ ਸਮਝਣਾ ਪੈਣਾ ਹੈ ਕਿਹੜੇ ਮਨੋਰਥਾਂ ਦੀ ਗੱਲ ਅਸੀਂ ਕਰਕੇ ਆਏ ਹਾਂ। ਪਹਿਲਾਂ ਉਹ ਦੱਸੇ ਹੋਏ ਨੇ ਸਾਰੇ ਮਨੋਰਥ ਕਿ ਆਹ ਮਨੋਰਥ ਪੂਰੇ ਹੋ ਗਏ ਨੇ, ਆਹ ਮਨੋਰਥ ਪੂਰੇ ਹੋ ਜਾਂਦੇ ਨੇ। ਆਨੰਦ ਦੀ ਅਵਸਥਾ ਵੇਖੋ, ਜੇ ਤੁਸੀਂ ਆਨੰਦ ਨੂੰ ਸੁਣਨਾ ਚਾਹੁੰਦੇ ਹੋ, ਆਨੰਦ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਪਹਿਲਾ ਮਨੋਰਥ ਵੇਖੋ। ਇਹ ਨਹੀਂ ਕਿ ਹਾਂ ਗੁਰਦੁਆਰੇ ਆਇਆ ਮੈਂ ਪੁਰਾਣੇ ਸਮੇਂ ਦਾ, ਜਾਂ ਕਾਫੀ ਟਾਈਮ ਹੋ ਗਿਆ ਸੀ ਇਸ ਦੋਸਤ ਨੂੰ, ਅੱਜ ਮੈਂ ਗੁਰਦੁਆਰੇ ਮਿਲ ਪਿਆ, ਅੱਜ ਮੇਰਾ ਮਨੋਰਥ ਆ ਭੈਣ ਨੂੰ ਫਲਾਣੀ ਨੂੰ ਮਿਲ ਪਿਆ, ਅੱਜ ਗੁਰਦੁਆਰੇ ਆਹ ਚੀਜ਼ ਸੀ, ਆਹ ਮਨੋਰਥ ਪੂਰਾ ਹੋ ਗਿਆ। ਇੱਦਾਂ ਨਹੀਂ ਕੁਝ ਵੀ, ਇਹ ਮਨੋਰਥ ਨਹੀਂ। ਦੇਖੋ ਮਨੋਰਥ ਕਿਹੜੇ ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਦੱਸ ਰਹੇ ਨੇ, ਤਾਂ ਹੀ ਤਾਂ ਇਹ ਪਹਿਲੀਆਂ 5 ਤੇ ਅਖੀਰਲੀ ਇਹ ਪੌੜੀ ਪੜ੍ਹੀ ਜਾਂਦੀ ਹੈ ਨਾ। ਕਿਹੜੇ ਕਿਹੜੇ ਮਨੋਰਥ ਨੇ? ਪਹਿਲਾ ਮਨੋਰਥ ਵੇਖਿਓ ਕਿਹੜੇ ਪੂਰੇ ਹੁੰਦੇ ਨੇ। ਪਹਿਲਾ ਮਨੋਰਥ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਇਸ ਆਨੰਦ ਦੀ ਅਵਸਥਾ ਦੇ ਵਿੱਚ। ਇਹ ਪਹਿਲਾ ਮਨੋਰਥ ਹੈ ਜਿਹੜਾ ਪੂਰਾ ਹੁੰਦਾ ਹੈ ਬੰਦੇ ਦਾ। ਇਹ ਮਨੋਰਥ ਸਾਡੇ ਹੋਣੇ ਚਾਹੀਦੇ ਨੇ। ਸਾਡੀਆਂ ਇੱਛਾਵਾਂ ਇਹੋ ਜਿਹੀਆਂ ਹੋਣ ਜਿਹੜੀਆਂ ਸਤਿਗੁਰੂ ਨੂੰ ਭਾ ਜਾਣ, ਇਹੋ ਜਿਹੀ ਸਾਡੀ ਅਰਦਾਸ ਹੋਵੇ ਜਿਹੜੀ ਸਤਿਗੁਰੂ ਦੇ ਦਰ 'ਤੇ ਕਬੂਲ ਹੋਵੇ। ਆਹ ਨਾਲ ਵੇਖ ਲਿਓ ਕਿ ਕਿਹੜੀਆਂ ਮਨੋਰਥ ਨੇ, ਕਿਹੜੀਆਂ ਕਾਮਨਾਵਾਂ ਇੱਛਾਵਾਂ ਨੇ ਜਿਹੜੀਆਂ ਪੂਰੀਆਂ ਹੁੰਦੀਆਂ ਨੇ। ਪਹਿਲਾ ਮਨੋਰਥ ਹੈ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਪਹਿਲਾ ਮਨੋਰਥ ਸੀ ਜਿਹੜਾ ਸਤਿਗੁਰੂ ਨੂੰ ਪਾਉਣ ਦਾ ਪੂਰਾ ਹੋ ਗਿਆ। ਜਦੋਂ ਇਹ ਰਾਹ 'ਤੇ ਚੱਲਾਂਗੇ, ਇਹ ਹੈ ਆਨੰਦ ਦੀ ਅਵਸਥਾ ਜਿੱਥੇ ਸਤਿਗੁਰੂ ਨੂੰ ਮਿਲਿਆ ਜਾਂਦਾ ਹੈ, ਜਿੱਥੇ ਸਤਿਗੁਰੂ ਦੀ ਬਾਣੀ ਦੇ ਨਾਲ ਮਿਲਾਪ ਹੋ ਗਿਆ, ਸਤਿਗੁਰੂ ਦੀ ਪ੍ਰੀਤ ਪਿਆਰ ਦਾ ਪਾਤਰ ਬਣ ਗਿਆ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਦੂਜਾ ਮਨੋਰਥ ਪੂਰਾ ਹੋਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਜਿਹੜਾ ਮਨ ਦੌੜਦਾ ਸੀ, ਭੱਜਦਾ ਸੀ, ਆਹ ਮਨੋਰਥ ਵੀ ਪੂਰਾ ਹੋ ਗਿਆ। ਕਿਉਂਕਿ ਜਦੋਂ ਪਹਿਲ ਤੋਂ ਸ਼ੁਰੂ ਕੀਤਾ, ਹਰੇਕ ਪੌੜੀ ਦੀ ਵਿਚਾਰ ਕੀਤੀ, ਜਿਹੜੀ ਗੱਲਾਂ ਆਪਾਂ ਨੇ ਵਿਚਾਰੀਆਂ ਨੇ, ਉਹ ਸਾਰੇ ਮਨੋਰਥ ਜਦੋਂ ਕਮਾਉਂਦੇ ਜਾਵਾਂਗੇ ਤਾਂ ਪੂਰੇ ਹੁੰਦੇ ਵੀ ਜਾਣਗੇ। ਇੱਦਾਂ ਕਨਸੈਪਟ ਵਿੱਚ ਰਹਿ ਕੇ, ਲੜੀ ਵਿੱਚ ਰਹਿ ਕੇ ਜਦੋਂ ਵਿਚਾਰਾਂਗੇ ਤੇ ਨਾਲ ਉਹਨੂੰ ਕਮਾਵਾਂਗੇ ਤਾਂ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਇਹ ਮੇਰੇ ਮਨ ਹਰੀ ਪ੍ਰਮਾਤਮਾ ਦੇ ਨਾਲ ਲੱਗਿਆ ਰਹੇ, ਕਿਉਂਕਿ ਤੂੰ ਆਨੰਦ ਪ੍ਰਾਪਤ ਕਰਨਾ ਹੈ। ਇਹ ਵੀ ਆਨੰਦ ਦੀ ਅਵਸਥਾ ਹੈ ਕਿ ਹਰੀ ਪ੍ਰਮਾਤਮਾ ਦੇ ਨਾਲ ਹੁਣ ਸਦਾ ਲਈ ਚਿੱਤ ਜੁੜ ਗਿਆ। ਮੇਰਾ ਮਨ ਹਮੇਸ਼ਾ ਹਰੀ ਦੇ ਨਾਲ ਰਹਿੰਦਾ ਏ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਜਿਹੜਾ ਮਨ ਭੱਜਦਾ ਸੀ, ਜਿਹੜਾ ਮਨ ਦੌੜਦਾ ਸੀ, ਹੁਣ ਆਹ ਵੀ ਇੱਕ ਮਨੋਰਥ ਸੀ ਜਿਹੜਾ ਪੂਰਾ ਹੋ ਗਿਆ। ਹੁਣ ਮੇਰਾ ਮਨ ਹਮੇਸ਼ਾ ਸਤਿਗੁਰ ਦੇ ਨਾਲ ਰਹਿੰਦਾ ਏ। ਅਗਲਾ ਮਨੋਰਥ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਹੁਣ ਮੇਰਾ ਮਨ ਹਮੇਸ਼ਾ ਤੇਰੇ ਨਾਲ ਰਹਿੰਦਾ ਏ। ਤੇਰੇ ਨਾਲ ਰਹਿਣ ਕਰਕੇ ਸਤਿਗੁਰੂ ਤੇਰੀਆਂ ਦਾਤਾਂ ਨੇ, ਜਿਹੜੀਆਂ ਤੇਰੀਆਂ ਰਹਿਮਤਾਂ ਨੇ, ਉਹ ਮੈਨੂੰ ਹੁਣ ਮਿਲਦੀਆਂ ਨੇ, ਕਿਉਂਕਿ ਮੇਰਾ ਮਨ ਹਮੇਸ਼ਾ ਤੇਰੇ ਨਾਲ ਰਹਿੰਦਾ ਏ। ਜਿਹਦਾ ਮਨ, ਜਿਹੜਾ ਬੰਦਾ ਚਿੱਤ ਕਰਕੇ ਸਤਿਗੁਰੂ ਨੇ ਨਾਲ ਰਹਿੰਦਾ ਹੈ ਨਾ, ਮਨੋਰਥ ਜਿਹਦਾ ਹੈ ਸਤਿਗੁਰੂ ਦੇ ਨਾਲ ਰਹਿਣ ਦਾ, ਜਿਹਦਾ ਇਹ ਮਨੋਰਥ ਪੂਰਾ ਹੋ ਜਾਂਦਾ ਹੈ, ਜਿਹੜਾ ਹਮੇਸ਼ਾ ਮਨ ਦੇ ਨਾਲ ਸਤਿਗੁਰੂ ਦੇ ਨਾਲ ਰਹਿੰਦਾ ਹੈ, ਗੁਰੂ ਦੀਆਂ ਬਖਸ਼ਿਸ਼ਾਂ ਦਾ ਪਾਤਰ ਵੀ ਉਹੀ ਬਣਦਾ ਹੈ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਹੇ ਸੱਚੇ ਸਾਹਿਬ ਤੇਰੇ ਘਰ ਦੇ ਵਿੱਚ ਕਾਹਦੀ ਤੋਟ ਹੈ। ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ।
ਜਿਹੜਾ ਪਾਉਣਾ ਚਾਹੁੰਦਾ ਹੈ ਉਹਨੂੰ ਮਿਲਦਾ ਹੈ, ਉਹਨੂੰ ਹੀ ਤੂੰ ਇਹ ਦਾਤਾਂ ਆਪਣੀਆਂ ਦਿੰਦਾ ਹੈ, ਕਿਉਂਕਿ ਤੇਰੇ ਘਰ ਦੇ ਵਿੱਚ ਕਾਸੇ ਦੀ ਤੋਟ ਨਹੀਂ। ਬਸ ਗੱਲ ਇਹ ਹੈ ਕਿ ਮਨ ਉਹਦੇ ਨਾਲ ਜੁੜਿਆ ਹੋਣਾ ਚਾਹੀਦਾ ਹੈ। ਅਤੇ ਇੱਕ ਗੱਲ ਹੈ, ਜਿੱਦਣ ਮਨ ਜੁੜ ਗਿਆ ਉਦਣ ਸਿਰਫ ਮਨ ਸਾਡਾ ਰੱਬ ਦਾ ਭਾਣਾ ਮੰਗੇਗਾ, ਨਾ ਕਿ ਕੋਈ ਦੁਨਿਆਵੀ ਦਾਤਾਂ। ਦੁਨਿਆਵੀ ਦਾਤਾਂ ਨੇ ਬੜਾ ਕੁਝ ਹੈ, ਬੰਦੇ ਦੀ ਲਾਲਸਾ ਘਟਦੀ ਨਹੀਂ, ਉਹ ਜਿੰਨਾ ਕੁਝ ਮੰਗੀ ਜਾਵੇਗਾ ਉਨਾ ਟਾਈਮ ਉਹ ਸਤਿਗੁਰ ਦੇ ਨਾਲ ਨਹੀਂ ਜੁੜਿਆ। ਜਿੱਦਣ ਜੁੜ ਗਿਆ ਉਦਣ ਮਨ ਭਾਰੀ ਜਾਣਾ ਕਿ ਸਤਿਗੁਰੂ ਜਿੰਨਾ ਦਿੱਤਾ ਹੈ ਬਸ ਇਹਦੇ ਵਿੱਚ ਸ਼ੁਕਰ ਹੈ, ਇਹ ਚੰਗਾ ਲੱਗਦਾ ਬਸ, ਹੋਰ ਦੀ ਆਸ ਨਹੀਂ, ਜਿੰਨਾ ਕੁ ਦੇ ਰਿਹਾ ਹੈ ਬਸ ਇਹਦੇ ਵਿੱਚ ਹੀ ਠੀਕ ਹੈ, ਚੱਲ ਰਿਹਾ ਹੈ ਵਧੀਆ, ਸ਼ੁਕਰ ਹੈ ਇਹਦੇ ਵਿੱਚ ਹੀ। ਜਿੱਦਣ ਮਨ ਬਦਲ ਗਿਆ, ਸਾਜੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਾਰਾ ਕੁਝ ਤੇਰੇ ਘਰ ਵਿੱਚ ਹੀ ਹੈ। ਇਹ ਮੈਨੂੰ ਹੁਣ ਪਤਾ ਲੱਗਿਆ ਜਿੱਦਣ ਦਾ ਮਨ ਤੇਰੇ ਨਾਲ ਜੁੜਿਆ, ਨਹੀਂ ਤਾਂ ਪਹਿਲਾਂ ਮਨ ਜੁੜਿਆ ਨਹੀਂ ਸੀ। ਪਹਿਲਾਂ ਮਨ ਤੇਰੇ ਨਾਲ ਜੁੜਿਆ ਹੀ ਨਹੀਂ ਸੀ, ਫਿਰ ਤਾਂ ਹਰੇਕ ਘਰ ਦੇ ਵਿੱਚ ਘਰ ਦੇ ਵਿੱਚ ਮੈਂ ਧੱਕੇ ਖਾਂਦਾ ਸੀ, ਹਰੇਕ ਘਰ ਵਿੱਚ ਜਾ ਜਾ ਕੇ ਮੈਨੂੰ ਮੰਗਣ ਦੀ ਆਦਤ ਸੀ। ਅੱਜ ਮੈਨੂੰ ਪਤਾ ਲੱਗ ਗਿਆ ਕਿ ਸਾਰੀਆਂ ਦਾਤਾਂ ਸਾਰਾ ਕੁਝ ਤੇਰੇ ਘਰ ਵਿੱਚ ਪਿਆ ਹੋਇਆ ਹੈ। ਅਤੇ ਸਭ ਤੋਂ ਵੱਡੀ ਗੱਲ ਪਤਾ ਕੀ ਹੈ, ਜੇ ਮੰਗਣਾ ਹੈ ਤਾਂ ਗੁਰੂ ਤੋਂ ਆ ਕੇ ਅੰਦਰ ਦਾ ਰੱਜ ਮੰਗਿਆ ਕਰ ਕਿ ਮੈਨੂੰ ਦੁਬਾਰੇ ਭੁੱਖ ਲਾਲਸਾ ਲੱਗੀ ਨਾ ਕਾਸੇ ਦੀ, ਕਿਉਂਕਿ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ ਵਾਲੀ ਗੱਲ ਹੈ ਨਾ। ਅਸਲ ਦੇ ਵਿੱਚ ਮੰਗਣ 'ਤੇ ਜ਼ੋਰ ਨਹੀਂ, ਸਾਨੂੰ ਉਸ ਦੀ ਤ੍ਰਿਪਤੀ ਮੰਗਣੀ ਚਾਹੀਦੀ ਹੈ ਕਿ ਆਹ ਮੰਗਾਂ ਦੀ ਸਾਡੀ ਤ੍ਰਿਪਤੀ ਹੋ ਜਾਵੇ। ਸਤਿਗੁਰੂ ਜੀ ਭਾਵੇਂ ਮੈਂ ਤੈਨੂੰ ਮੰਨਾਂ, ਹੁਣ ਬਹੁਤੇ ਲੋਕ ਨੇ ਇੱਥੇ ਗੁਰਦੁਆਰੇ ਭਾਵੇਂ ਕੋਈ ਆਵੇ ਚਾਹੇ ਨਾ ਆਵੇ, ਰੋਟੀ ਤਾਂ ਉਹ ਵੀ ਖਾ ਕੇ ਸੌਂਦੇ ਨੇ ਨਾ, ਸਵੇਰੇ ਉੱਠ ਕੇ ਤਾਂ ਰੋਟੀ ਉਹ ਖਾਂਦੇ ਨੇ, ਦੁਨੀਆ ਵਿੱਚ ਰਹਿ ਵੀ ਰਹੇ ਨੇ, ਦੁਨੀਆ ਜਿਉਂ ਵੀ ਰਹੇ ਨੇ, ਉਹਨਾਂ ਨੂੰ ਵੀ ਮਿਲ ਰਿਹਾ ਹੈ ਸਾਰਾ ਕੁਝ, ਉਹ ਵੀ ਤਾਂ ਭੁੱਖੇ ਨਹੀਂ ਸੌਂਦੇ। ਜਿਹੜਾ ਗੁਰਦੁਆਰੇ ਵੀ ਨਹੀਂ ਆਉਂਦਾ, ਜਿਹੜਾ ਮੰਦਰ ਵੀ ਨਹੀਂ ਜਾਂਦਾ, ਜਿਹੜਾ ਮਸਜਿਦ ਵਿੱਚ, ਜਿਹੜਾ ਰੱਬ ਨੂੰ ਮੰਨਦੇ ਨਹੀਂ, ਬੜੇ ਨੇ ਇੱਥੇ ਰੱਬ ਨੂੰ ਨਾ ਮੰਨਣ ਵਾਲੇ, ਪਰ ਉਹ ਸਾਡੇ ਨਾਲੋਂ ਵੱਧ ਕਮਾਈ ਵੀ ਕਰਦੇ ਨੇ, ਵੱਧ ਕਮਾ ਕੇ ਵੀ ਬੈਠੇ ਹੋਏ ਨੇ। ਬਸ ਗੱਲ ਇਹ ਹੈ, ਜਿਹੜਾ ਅੰਦਰ ਦਾ ਸੁੱਖ ਸੀ, ਜਿਹੜੀ ਅੰਦਰ ਦੀ ਤ੍ਰਿਪਤੀ ਸੀ, ਉਹ ਨਹੀਂ, ਉਹ ਸਿਰਫ ਗੁਰੂ ਨਾਲ ਧਰਮ ਨੂੰ ਅਪਣਾ ਕੇ ਮਿਲਦੀ ਹੈ। ਅਤੇ ਇੱਥੇ ਆ ਕੇ ਸਿਰਫ ਮਨ ਦਾ ਰਸ, ਮਨ ਦੀ ਤ੍ਰਿਪਤੀ ਹੋ ਜਾਵੇ, ਇਹ ਮੰਗਿਆ ਕਰੋ ਕਿ ਦਾਤਾਂ ਨੇ ਜਿਹੜੀਆਂ ਦੇਣੀਆਂ ਤੂੰ ਨੇ ਪਾਤਸ਼ਾਹ, ਮੈਨੂੰ ਬਿਨਾਂ ਮੰਗੇ ਹੀ ਤੂੰ ਦੇ ਰਿਹਾ ਹੈ। ਉਹ ਤਾਂ ਬਸ ਗੱਲ ਇਹ ਹੈ ਕਿ ਮੇਰੀ ਮੱਤ ਹੈ, ਮੇਰੀ ਸੁਰਤ ਹੈ, ਸਿਰਫ ਉਹਨਾਂ ਵਿੱਚ ਖਚਤ ਨਾ ਹੋ ਜਾਵੇ, ਰੋਟੀ ਟੁੱਕ ਤਾਂ ਤੂੰ ਦੇ ਹੀ ਦੇਣਾ ਹੈ, ਬਸ ਇਹ ਹੈ ਮੈਨੂੰ ਤ੍ਰਿਪਤੀ ਬਣੀ ਰਵੇ, ਜਿੰਨਾ ਕੁ ਤੂੰ ਦੇ ਰਿਹਾ ਇਹਦੇ ਵਿੱਚ ਸ਼ੁਕਰ ਰਵੇ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਆ ਤੀਜਾ ਮਨੋਰਥ ਹੈ ਜਿਹੜਾ ਇਹ ਵੀ ਪੂਰਾ ਹੋ ਜਾਂਦਾ ਹੈ ਜਿੱਦਣ ਸਮਝ ਪੈ ਗਈ ਕਿ ਸਾਰਾ ਕੁਝ ਸਤਿਗੁਰੂ ਦੇ ਘਰ ਵਿੱਚ ਹੈ, ਅਤੇ ਉਹ ਬਿਨ ਮੰਗਿਆ ਦੇ ਰਿਹਾ ਹੈ, ਸਾਰਾ ਕੁਝ ਦੇ ਰਿਹਾ। ਇਹ ਵੀ ਜਿੱਦਣ ਇਹ ਵੀ ਮਨੋਰਥ ਹੈ ਜਿਹੜਾ ਇਹ ਵੀ ਪੂਰਾ ਹੋ ਜਾਂਦਾ ਹੈ, ਜਿਹਨੂੰ ਆਪਾਂ ਪੜ੍ਹ ਰਹੇ ਹਾਂ, ਸਗਲ ਮਨੋਰਥ ਪੂਰੇ। ਅਗਲਾ ਸਾਚਾ ਨਾਮ ਮੇਰਾ ਆਧਾਰੋ। ਹੁਣ ਮੇਰਾ ਮਨ, ਮੇਰੇ ਮਨ ਨੇ ਤੇਰੇ ਨਾਮ ਦਾ ਆਸਰਾ ਲੈ ਲਿਆ, ਸੱਚੇ ਨਾਮ ਦਾ ਆਸਰਾ ਲੈ ਲਿਆ। ਹੁਣ ਮੇਰਾ ਮਨ, ਮੈਂ ਕਿਸੇ ਦੂਸਰੇ ਦਾ ਆਸਰਾ ਨਹੀਂ ਲੈਂਦਾ, ਮੈਨੂੰ ਕਿਸੇ ਹੋਰ ਦਾ ਆਸਰਾ ਨਹੀਂ। ਹੇ ਸਤਿਗੁਰੂ, ਹੇ ਅਕਾਲ ਪੁਰਖ ਜੀ, ਤੁਹਾਡੇ ਨਾਮ ਦਾ ਹੀ ਆਸਰਾ ਹੈ। ਆ ਮਨੋਰਥ ਹੈ ਜਿਹੜਾ ਇਹ ਵੀ ਪੂਰਾ ਹੋ ਜਾਂਦਾ ਹੈ। ਆਨੰਦ ਦੀ ਅਵਸਥਾ ਪ੍ਰਾਪਤ ਕਰਕੇ ਸਤਿਗੁਰੂ ਨੂੰ ਮਿਲਿਆ, ਸਾਚਾ ਨਾਮ ਆਧਾਰ ਬਣਦਾ ਹੈ। ਹੁਣ ਕਿਸੇ ਹੋਰ ਦਾ ਆਸਰਾ ਨਹੀਂ, ਅਨੇਕਾਂ ਨੇ ਜਿਨ੍ਹਾਂ ਦੇ ਬੰਦਾ ਆਸਰਾ ਤੱਕਦਾ ਹੈ, ਹੁਣ ਉਹਨਾਂ ਦਾ ਆਸਰਾ ਨਹੀਂ, ਕਿਸੇ ਹੋਰ ਦੇ ਸਹਾਰੇ ਜ਼ਿੰਦਗੀ ਨਹੀਂ। ਬਹੁਤੇ ਨੇ ਲੋਕ ਸੁਣੀਦੇ ਨੇ, ਖੁਦ ਵੀ ਹੈ, ਸਾਡਾ ਤਾਂ ਇਹੀ ਸਹਾਰਾ ਹੈ, ਸਾਡਾ ਘਰ ਚਲਾਉਣ ਵਾਲਾ ਆਹੀ ਹੈ, ਸਾਡਾ ਤਾਂ ਇਸੇ ਦਾ ਸਹਾਰਾ ਹੈ। ਹੁਣ ਕਿਸੇ ਹੋਰ ਦਾ ਨਹੀਂ, ਸੱਚੇ ਨਾਮ ਦਾ ਸਹਾਰਾ ਹੈ। ਸਾਚਾ ਨਾਮ ਮੇਰਾ ਆਧਾਰੋ, ਆ ਮਨੋਰਥ ਵੀ ਪੂਰਾ ਹੋਇਆ, ਸਾਚਾ ਨਾਮ ਮੇਰਾ ਆਧਾਰੋ। ਅਤੇ ਅਖੀਰਲਾ ਜਿਹੜਾ ਹੈ ਜਾਂ ਪੰਜਵਾਂ, ਜਿਹਨੂੰ ਕਹਿ ਦਿੰਦੇ ਆ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਹੁਣ ਜਿਹੜੇ ਮਨੋਰਥ ਨੇ, ਭਾਵ ਮੇਰੇ ਹਿਰਦੇ ਵਿੱਚ ਹਮੇਸ਼ਾ ਲਈ ਪੰਜ ਸ਼ਬਦ ਵੱਜ ਰਹੇ ਨੇ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਹੁਣ ਮੇਰੇ ਘਰ ਦੇ ਵਿੱਚ, ਮੇਰੇ ਹਿਰਦੇ ਘਰ ਦੇ ਵਿੱਚ ਹਮੇਸ਼ਾ ਸ਼ਬਦ ਦੀ ਲਿਵ ਲੱਗੀ ਰਹਿੰਦੀ ਹੈ। ਆ ਮਨੋਰਥ ਵੀ ਪੂਰਾ ਹੋ ਗਿਆ। ਸਾਚੀ ਲਿਵੈ ਬਿਨ ਦੇਹ ਨਿਮਾਣੀ। ਹੁਣ ਮੇਰੀ ਜਿਹੜੀ ਦੇਹ ਹੈ, ਮੇਰਾ ਮਨ ਹੈ, ਸੱਚੀ ਲਿਵ ਦੇ ਵਿੱਚ ਹਮੇਸ਼ਾ ਲੱਗਿਆ ਰਹਿੰਦਾ। ਇਹ ਵੀ ਮਨੋਰਥ ਪੂਰੇ ਹੋ ਗਏ। ਜਿੰਨੇ ਵੀ ਉੱਪਰੋਂ ਆਪਾਂ ਪੜ੍ਹੇ ਨੇ,
39 ਪੌੜੀਆਂ ਤੱਕ ਜਿੰਨੇ ਵੀ ਗੱਲਾਂ ਪੜ੍ਹੀਆਂ ਨੇ ਸਾਰੀਆਂ ਤ੍ਰਿਪਤੀਆਂ। ਜਿਹੜਾ ਮਨ ਚੰਚਲ ਸੀ ਹੁਣ ਉਹ ਚਤਰਾਈਆਂ ਛੱਡ ਗਿਆ, ਜਿਹੜਾ ਮੇਰਾ ਮਨ ਸੀ ਹੁਣ ਗੁਰੂ ਨਾਲ ਜੁੜ ਗਿਆ। ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ, ਜਿਹੜਾ ਅਗੰਮ ਹੈ ਉਹਦੇ ਨਾਲ ਜੁੜ ਗਿਆ। ਜਾਂ ਉਹ ਸਤਿਗੁਰੂ ਦਾ ਜਦੋਂ ਆਗਮ ਹੋਇਆ, ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਉਸ ਪ੍ਰਮਾਤਮਾ ਦਾ ਆਗਮਨ ਮੇਰੇ ਚਿੱਤ ਵਿੱਚ ਹੋ ਗਿਆ। ਇਹ ਸਾਰੇ ਜਿਹੜੇ ਮਨੋਰਥ ਨੇ ਪੂਰੇ ਹੋ ਜਾਂਦੇ ਨੇ। ਆਨੰਦ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ। ਆ ਹੈ ਆਨੰਦ ਦੀ ਅਵਸਥਾ, ਜਿੱਤੋਂ ਵੱਡੀ ਕੋਈ ਹੋਰ ਅਵਸਥਾ ਨਹੀਂ। ਆਹ ਕਹਿੰਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਕਿ ਇਵੇਂ ਜ਼ਿੰਦਗੀ ਜਿਉਂ ਜਿੱਥੇ ਤੇਰੇ ਸਗਲ ਮਨੋਰਥ ਪੂਰੇ ਹੋ ਜਾਂਦੇ ਨੇ। ਦੁਨਿਆਵੀ ਨਹੀਂ, ਜਿਹੜੇ ਆ ਦਰ 'ਤੇ ਆ ਕੇ ਜਿਹੜੇ ਤੂੰ ਮੰਗਣੇ ਨੇ, ਉਸ ਸਤਿਗੁਰੂ ਨੂੰ ਮਿਲਣ ਵਾਲੇ ਮਨੋਰਥ ਨੇ, ਜਿਹੜੇ ਅੰਦਰ ਦੀ ਅਵਸਥਾ ਹੈ, ਅੰਦਰ ਦੀ ਤ੍ਰਿਪਤੀ ਹੈ, ਜਿਹੜੀਆਂ ਭੁੱਖਾਂ ਨੇ ਜਦੋਂ ਖਤਮ ਹੋ ਗਈਆਂ ਮਨ ਦੀ ਜਿੱਦਣ ਤ੍ਰਿਪਤੀ ਹੋ ਗਈ, ਮਨ ਭਜਨੋਂ ਹਟ ਗਿਆ, ਇਹ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ। ਆਨੰਦ ਸੁਣੋ ਵੱਡ ਭਾਗੀਓ ਵੱਡੇ ਭਾਗਾਂ ਵਾਲਿਓ। ਆਹ ਹੈ ਆਨੰਦ ਦੀ ਅਵਸਥਾ। ਇਹਨੂੰ ਸੁਣੋ, ਇਹਨੂੰ ਪੜ੍ਹੋ, ਇਹਨੂੰ ਵਿਚਾਰੋ। ਜਿੱਥੇ ਜਾ ਕੇ ਸਗਲ ਮਨੋਰਥ ਪੂਰੇ ਹੋ ਗਏ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਜਿੱਦਣ ਪਾਰ ਬ੍ਰਹਮ ਸਤਿਗੁਰੂ ਨੂੰ ਪਾ ਲਿਆ, ਸਤਿਗੁਰੂ ਨੂੰ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਚਿੰਤਾ ਝੋਰੇ ਜਿੱਦਣ ਖਤਮ ਹੋ ਗਏ, ਅੰਦਰ ਦੇ ਡਰ, ਅੰਦਰ ਦੇ ਵਹਿਮ, ਅੰਦਰ ਦੀਆਂ ਈਰਖਾਵਾਂ, ਅੰਦਰ ਦੇ ਦੁੱਖ ਨੇ ਜਿਹੜੇ ਲੱਗੇ ਹੋਏ ਬੰਦੇ ਨੂੰ ਵੱਡੇ ਉਹ ਸਾਰੇ ਖਤਮ ਹੋ ਗਏ। ਤੇ ਬੜੇ ਵਾਰ ਵਿਚਾਰਿਆ ਏ ਕਿ ਸਰੀਰ ਦਾ ਦੁੱਖ ਛੋਟਾ ਹੁੰਦਾ ਹੈ, ਮਾਨਸਿਕ ਤੌਰ 'ਤੇ ਜਿਹੜਾ ਦੁੱਖ ਹੁੰਦਾ ਨਾ ਅੰਦਰ ਦਾ ਦੁੱਖ ਵੱਡਾ ਹੈ, ਕਿਉਂਕਿ ਉਹ ਅੰਦਰ ਦੇ ਦੁੱਖ ਦਾ ਕੋਈ ਇਲਾਜ ਨਹੀਂ ਹੁੰਦਾ। ਬਾਹਰੀ ਦੁੱਖ ਤਾਂ ਬੰਦਾ ਦਵਾਈ ਲੈ ਕੇ ਠੀਕ ਵੀ ਹੋ ਜਾਂਦਾ ਹੈ। ਬਾਹਰੀ ਦੁੱਖ ਤਾਂ ਜਿਹੜੇ ਨੇ ਉਹਨਾਂ ਦੀਆਂ ਦਵਾਈਆਂ ਬੜੀਆਂ ਨੇ, ਬਾਹਰੀ ਦੁੱਖ ਤਾਂ ਠੀਕ ਹੋ ਜਾਂਦੇ ਨੇ, ਇਲਾਜ ਹੋ ਜਾਂਦੇ ਨੇ, ਪਰ ਅੰਦਰ ਦਾ ਦੁੱਖ ਬੜਾ ਭਿਆਨਕ ਦੁੱਖ ਹੈ, ਜਿਹੜਾ ਸਿਰਫ ਤੇ ਸਿਰਫ ਗੁਰੂ ਠੀਕ ਕਰਦਾ ਹੈ। ਗੁਰੂ ਅੰਦਰੋਂ ਮਜ਼ਬੂਤੀ ਦਿੰਦਾ ਹੈ। ਜਿਹੜੇ ਅੰਦਰ ਦੇ ਦੁੱਖ ਨੇ ਉਹਨਾਂ ਤੋਂ ਬੰਦਾ ਬਚਦਾ ਹੈ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਸਾਰੇ ਵਿਸੂਰੇ ਚਿੰਤਾ ਝੋਰੇ ਖਤਮ ਹੋ ਗਏ। ਤੇ ਸਤਿਗੁਰੂ ਜੀ ਅੱਗੇ ਕਹਿੰਦੇ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤਾਪ ਕਲੇਸ਼ ਦੁੱਖ ਸਾਰੇ ਖਤਮ ਹੋ ਗਏ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਦੁੱਖ ਨੇ ਬੰਦਾ ਖੁਆਰ ਹੁੰਦਾ ਹੈ। ਮਾੜਾ ਈਰਖਾ ਭਾਵ ਹਰੇਕ ਤੋਂ ਸਾੜਾ ਜੈਲਸ ਬੰਦੇ ਦੇ ਸਾਰੇ ਖਤਮ ਹੋ ਗਏ। ਦੁੱਖ ਰੋਗ ਸੰਤਾਪ ਉਤਰੇ। ਕਿੱਦਾਂ? ਸੁਣੀ ਸੱਚੀ ਬਾਣੀ। ਸੱਚੀ ਬਾਣੀ ਸੁਣਨ ਦੇ ਨਾਲ, ਸੁਣਨ ਦੇ ਅਰਥ ਆਪਾਂ ਸਮਝ, ਸੁਣਨਾ ਭਾਵ ਕਮਾਉਣਾ। ਸੁਣਨ ਦੇ ਨਾਲ ਜਿੱਦਣ ਸਾਰੀ ਆਨੰਦ ਬਾਣੀ ਹੈ, ਆਨੰਦ ਦੀ ਅਵਸਥਾ ਸਮਝ ਆ ਗਈ, ਸਤਿਗੁਰ ਦੀ ਬਾਣੀ ਨੂੰ ਸੁਣਿਆ ਭਾਵ ਗੁਰੂ ਦੇ ਉਪਦੇਸ਼ ਨੂੰ ਜਿੱਦਣ ਕਮਾਇਆ, ਦੁੱਖ ਰੋਗ ਸੰਤਾਪ ਉਤਰੇ। ਦੁੱਖ ਰੋਗ ਕਲੇਸ਼ ਸਾਰੇ ਖਤਮ ਹੋ ਗਏ। ਜਿੱਦਣ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਫਿਰ ਜਿਹੜੇ ਗੁਰੂ ਦੇ ਨਾਲ ਜੁੜੇ ਹੋਏ ਨੇ ਫਿਰ ਹਮੇਸ਼ਾ ਰਸ ਦੇ ਵਿੱਚ ਰਸੇ ਰਹਿੰਦੇ ਨੇ, ਹਰੀ ਪ੍ਰਮਾਤਮਾ ਦੇ ਰਸ ਦੇ ਵਿੱਚ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ। ਤੇ ਸਤਿਗੁਰੂ ਜੀ ਕਹਿੰਦੇ ਇਸ ਬਾਣੀ ਨੂੰ ਸੁਣਨ ਵਾਲੇ ਭਾਵ ਸਤਿਗੁਰੂ ਦੇ ਉਪਦੇਸ਼ ਨੂੰ ਸੁਣਨ ਵਾਲੇ ਸਭ ਪਵਿੱਤਰ ਆਤਮਕ ਹੋ ਜਾਂਦੇ ਨੇ, ਪਵਿੱਤਰ ਹੋ ਜਾਂਦੇ ਨੇ। ਸੁਣਨ ਵਾਲੇ, ਪੜ੍ਹਨ ਵਾਲੇ, ਸਤਿਗੁਰੂ ਦੀ ਬਾਣੀ ਨੂੰ ਸੁਣਨ ਵਾਲੇ ਪਵਿੱਤਰ ਹੋ ਜਾਂਦੇ ਨੇ, ਕਿਉਂਕਿ ਸੱਚੀ ਬਾਣੀ ਨੂੰ ਸੁਣਿਆ, ਸੱਚੀ ਬਾਣੀ ਨੂੰ ਸਮਝਿਆ। ਜਦੋਂ ਕੰਨ ਸੁਣਨਗੇ ਪਵਿੱਤਰ ਹੀ ਨੇ ਕੰਨ, ਜਦੋਂ ਮਾੜਾ ਹੀ ਸੁਣਨਾ ਛੱਡ ਦਿੱਤਾ, ਜਦੋਂ ਬਾਣੀ ਅੱਖਾਂ ਪੜ੍ਹਨ ਲੱਗ ਪਈਆਂ ਤਾਂ ਪਵਿੱਤਰ ਨੇ। ਇੱਦਾਂ ਪਵਿੱਤਰ ਹੋਇਆ ਜਾਂਦਾ ਹੈ, ਕਿਉਂਕਿ ਅੰਦਰੋਂ ਜਦੋਂ ਮਨ ਪਵਿੱਤਰ ਹੋ ਗਿਆ, ਮਨ ਦੀ ਭੁੱਖ ਜਿਹੜੀ ਹੈ ਉਹ ਸੱਚੀ ਹੋ ਗਈ। ਮਨ ਨੂੰ ਭੁੱਖ ਹੁਣ ਸੱਚੇ ਨਾਮ ਦੀ ਲੱਗਦੀ ਹੈ ਤਾਂ ਉਹ ਬਾਣੀ ਪੜ੍ਹਦਾ ਹੈ, ਸੁਣਦਾ ਹੈ, ਚੰਗੇ ਬੋਲ ਬੋਲਦਾ ਹੈ। ਫਿਰ ਬੋਲਣਾ ਵੀ ਚੰਗਾ ਹੈ, ਸੁਣਨਾ ਵੀ, ਵੇਖਣਾ ਵੀ ਪਵਿੱਤਰ ਹੋ ਜਾਂਦਾ ਹੈ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸਤਿਗੁਰੂ ਜੀ ਕਹਿੰਦੇ ਜਿਹੜੇ ਬੰਦੇ ਗੁਰੂ ਦੀ ਚਰਨੀ ਲੱਗਦੇ ਹਨ ਉਹਨਾਂ ਦੇ ਅੰਦਰ ਇੱਕ ਰਸ ਖੁਸ਼ੀ ਹੈ, ਇੱਕ ਰਸ ਪ੍ਰਮਾਤਮਾ ਦਾ ਨਾਮ ਹਮੇਸ਼ਾ ਚੱਲਦਾ ਰਹਿੰਦਾ ਹੈ। ਇਹ ਹੈ ਆਨੰਦ ਬਾਣੀ ਦੀ ਅਵਸਥਾ ਹੈ, ਜਿੱਥੇ ਜਾ ਕੇ ਸਤਿਗੁਰੂ ਨੂੰ ਮਿਲਿਆ ਜਾਂਦਾ ਹੈ, ਸਾਰੇ ਮਨੋਰਥ ਪੂਰੇ ਹੁੰਦੇ ਨੇ। ਜਿੱਥੇ ਜਾ ਕੇ ਭੁੱਖ ਖਤਮ ਹੋ ਗਈ, ਮਨ ਦੀ ਤ੍ਰਿਪਤੀ ਹੋ ਗਈ, ਇਹ ਹੈ ਆਨੰਦ ਦੀ ਅਵਸਥਾ। ਅਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਸਾਨੂੰ ਇਹ ਸਮਝਾਉਂਦੇ ਨੇ ਕਿ ਭਾਈ ਆਨੰਦ ਜੇ ਪ੍ਰਾਪਤ ਕਰਨਾ ਸਤਿਗੁਰੂ ਦੇ ਨਾਲ ਜੁੜਨਾ ਪਵੇਗਾ,
ਮਨ ਨੂੰ ਹਮੇਸ਼ਾ ਸਤਿਗੁਰ ਦੇ ਨਾਲ ਰੱਖਣਾ ਪਵੇਗਾ, ਗੁਰੂ ਦੇ ਨਾਲ ਜੋੜਨਾ ਪਵੇਗਾ, ਸੱਚੇ ਨਾਮ ਦਾ ਆਧਾਰ ਲੈਣਾ ਪਵੇਗਾ, ਆਸਰਾ ਲੈਣਾ ਪਵੇਗਾ। ਫਿਰ ਕਿਤੇ ਜਾ ਕੇ ਜਿਹੜੀ ਆਨੰਦ ਵਾਲੀ ਅਵਸਥਾ, ਆਤਮਿਕ ਜੀਵਨ ਹੈ, ਜਿਹੜਾ ਉੱਚਾ ਪੱਧਰ ਹੈ ਜੀਵਨ ਦਾ, ਉਹ ਪ੍ਰਾਪਤ ਹੋਵੇਗਾ। ਬਸ ਇਹ ਹੈ, ਸਤਿਗੁਰ ਦੇ ਨਾਲ ਜੁੜ, ਸਤਿਗੁਰੂ ਨੂੰ ਪ੍ਰਾਪਤ ਕਰ। ਅਤੇ ਸਾਡੇ ਲਈ ਸਭ ਤੋਂ ਵੱਡਾ ਸਤਿਗੁਰ ਹੈ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਜਾਂ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ। ਸਾਡੇ ਲਈ ਸਭ ਤੋਂ ਵੱਡਾ ਸਤਿਗੁਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਇਹਦੇ ਨਾਲ ਜੁੜਨਾ ਚਾਹੀਦਾ ਹੈ। ਯਤਨ ਕਰੀਏ ਗੁਰਬਾਣੀ ਦੇ ਨਾਲ ਜੁੜਨ ਦਾ, ਗੁਰਬਾਣੀ ਨੂੰ ਪੜ੍ਹ ਕੇ ਹਮੇਸ਼ਾ ਗੁਰਬਾਣੀ ਆਪਣੇ ਨਾਲ ਰੱਖਣ ਦਾ, ਪੜ੍ਹ ਸੁਣ ਕੇ ਸਾਨੂੰ ਗੁਰਬਾਣੀ ਵਰਗਾ ਜੀਵਨ ਬਣਾਉਣਾ ਚਾਹੀਦਾ ਹੈ, ਤਾਂ ਹੀ ਆਨੰਦ ਅਵਸਥਾ ਅੰਦਰ ਹਾਸਲ ਕਰ ਸਕਦੇ ਹਾਂ। ਦਾਤਾ ਰਹਿਮਤ ਕਰੇ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਆ ਜਾਵੇ, ਗੁਰੂ ਦਾ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਸਕੇ। ਸੋ ਬੋਲਦਿਆਂ ਪਾਸੋਂ ਭਾਈ ਅਨੇਕਾਂ ਭੁੱਲਾਂ ਹੋਣੀਆਂ ਸੁਭਾਵਿਕ ਨੇ, ਸਤਿਗੁਰੂ ਜੀ ਬਖਸ਼ਣ ਯੋਗ ਨੀਤੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲਾ ਸਗਲ ਜਗਤ